ਅਧੂਰਾ ਕਾਂਡ। ਸੰਤਰੀ। ਇਸ ਬਦਮਾਸ਼ ਨੂੰ ਖੜਾ ਰੱਖ, ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲੱਗ ਪਿਆ। ਸ਼ਾਮ ਦੇ 7 ਵਜੇ ਦਾ ਵੇਲਾ ਸੀ। ਲੋਕ ਟਿਕਟਾਂ ਦੇ ਕੇ ਫਾਟਕ ਵਿੱਚੋਂ ਲੰਘਦੇ ਜਾ ਰਹੇ ਸਨ। ਸਿਪਾਹੀ ਨੇ ਮੁਸਾਫਰ ਦੀ ਬਾਂਹ ਫੜ ਕੇ ਉਸਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇੱਕ ਪਾਸੇ ਖੜਾ ਕਰ ਦਿੱਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿੱਚੋਂ ਪੁਣੀ ਹੋਏ ਕਾਗਜ਼ਾਂ ਦਾ ਇੱਕ ਥੱਬਾ ਹੇਠਾਂ ਡਿੱਗ ਪਿਆ, ਜਿਸ ਨੂੰ ਉਸਨੇ ਝਟਪਟ ਚੁੱਕ ਕੇ ਹੱਥ ਵਿੱਚ ਫੜ ਲਿਆ। ਨੌਜਵਾਨ ਮੁਸਾਫਿਰ ਪਾਸ ਕੋਈ ਅਸਬਾਬ ਨਹੀਂ ਸੀ। ਵੇਖਣ ਤੋਂ ਉਹ ਸਿੱਖ ਜਾਪਦਾ ਸੀ। ਉਮਰ ਉਸਦੀ 18 ਕੁ ਸਾਲ ਦੀ ਲਗਭਗ ਸੀ। ਉਸਦੀ ਮੱਸ ਅਜੇ ਨਹੀਂ ਸੀ ਫੁੱਟੀ। ਉਸਦਾ ਝੱਗਾ ਗਲਮੇ ਤੋਂ ਕੁਝ ਪਾਟਾ ਹੋਇਆ ਸੀ ਤੇ ਉਸਨੇ ਕਾਲਾ ਲੰਮਾ ਕੋਟ ਪਹਿਨਿਆ ਹੋਇਆ ਸੀ। ਉਸਦੀ ਵੀ ਇਹੋ ਹਾਲਤ ਸੀ। ਇਹ ਬਹੁਤੀਆਂ ਥਾਵਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ। ਇਸ ਦੇ ਕਾਜਾਂ ਦੇ ਛੇਕ ਪਾਟ ਕੇ ਮੋਕਲੇ ਹੋ ਗਏ ਸਨ। ਮਾਲੂਮ ਹੁੰਦਾ ਸੀ ਉਹਨਾਂ ਨੂੰ ਚਿੱਟੇ ਤੇ ਮੋਟੇ ਧਾਗੇ ਦੇ ਤੋਪਿਆਂ ਨਾਲ ਕਈ ਵਾਰ ਸੀਵਿਆ ਗਿਆ ਹੈ। ਕੋਟ ਨਾਲ ਕੋਈ ਬਟਨ ਨਹੀਂ ਸੀ। ਸ਼ਾਇਦ ਠੰਡ ਤੋਂ ਬਚਣ ਲਈ ਮੁਸਾਫਿਰ ਨੇ ਉਸਦੇ ਕਾਜਾਂ ਅਤੇ ਬਟਨ ਟੇਕਾਂ ਵਿੱਚ ਦੀ ਧਾਗੇ ਲਗਾ ਕੇ ਕੰਮ ਸਾਰਿਆ ਹੋਇਆ ਸੀ। ਕੋਟ ਦੀ ਇੱਕ ਜੇਬ ਤਾਂ ਉੱਕੀ ਹੀ ਪਾਟੀ ਹੋਈ ਸੀ, ਪਰ ਦੂਜੀ ਕੁਝ ਸਾਬਤ ਸੀ। ਮੁਸਾਫਰ ਦੇ ਸੰਢੋਲ ਤੇ ਗੋਰੇ ਸਰੀਰ ਦਾ ਅੰਗ ਗਰੀਬੀ, ਨਿਰਾਸ਼ਤਾ ਤੇ ਸ਼ਰਮਿੰਦਗੀ ਸੂਰਤ ਬਣਿਆ ਹੋਇਆ ਸੀ। ਸਿਪਾਹੀ ਦਾ ਹੱਥ ਛੂੰਹਦਿਆਂ ਹੀ ਮੁਸਾਫਿਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਉਸਦੇ ਸਾਹਮਣੇ ਸੈਂਕੜੇ ਮੁਸਾਫਿਰ ਟਿਕਟਾਂ ਦੇ ਕੇ ਲੰਘ ਗਏ, ਪਰ ਬਾਬੂ ਨੇ ਕਿਸੇ ਵੱਲ ਵੀ ਅਜਿਹੀ ਭਿਆਨਕ ਨਜ਼ਰ ਨਾਲ ਨਹੀਂ ਸੀ ਤੱਕਿਆ ਜਿਕਣ ਉਸ ਵੱਲ। ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ 2 ਕੁ ਕਦਮ ਅਗਾਂਹ ਜਾ ਕੇ ਫਾਟਕ ਵੱਲ ਪਿੱਠ ਕਰਕੇ ਖੜੋ ਗਿਆ। ਸਿਪਾਹੀ ਨੇ ਖਬਰੇ ਇਹ ਖਿਆਲ ਕਰਕੇ ਕਿ ਮੁਸਾਫਿਰ ਨੱਸਣ ਲਈ ਦਾਅ ਖੇਡ ਰਿਹਾ ਹੈ, ਤਾੜਨਾ ਭਰੀ ਅੱਖ ਨਾਲ ਉਸ ਵੱਲ ਤੱਕਿਆ ਤੇ ਘੂਰਕੀ ਦਿੱਤੀ, "ਓਏ, ਕਿੱਧਰ ਜਾ ਰਿਹਾ ਏ? ਖੜਾ ਰਹੋ ਆਪਣੀ ਥਾਂ ਤੇ, ਨਹੀਂ ਤਾਂ ਮਾਰ ਕੇ ਖਲ ਲਾ ਸੁੱਟਾਂਗਾ।" ਮੁਸਾਫਿਰ ਬਿਨਾਂ ਚੂੰ ਚਰਾਂ ਕੀਤਿਆਂ ਮੁੜ ਉਸੇ ਥਾਂ ਆ ਕੇ ਖੜੋ ਗਿਆ। ਪੌਣੇ ਕੁ ਘੰਟੇ ਪਿੱਛੋਂ ਜਦ ਸਾਰੇ ਮੁਸਾਫਿਰ ਲੰਘ ਚੁੱਕੇ ਤਾਂ ਬਾਬੂ ਨੇ ਇਸ ਵੇਲੇ ਧਿਆਨ ਮੋੜਿਆ ਤੇ ਕੜਕਵੀਂ ਆਵਾਜ਼ ਵਿੱਚ ਬੋਲਿਆ, "ਲਿਆਓ ਇਸ ਸੂਟਕੇਸ, 1 ਰੁਪਈਆ, 10 ਆਨੇ।" ਬਾਬੂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਸਾਫਿਰ ਕੋਟ ਦੇ ਖੀਸੇ ਵਿੱਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੋਟਿਆਂ ਨਾਲ ਟਟੋਲ ਰਿਹਾ ਸੀ। ਇਹ ਮੋਟੇ ਕਿੰਗਰੀਆਂ ਵਾਲਾ ਚਿੱਟੇ ਤਾਂਬੇ ਦਾ ਇੱਕ ਸਿੱਕਾ ਸੀ। ਇਸ ਵੇਲੇ ਉਸ ਦੀ ਹਾਲਤ ਇੱਕ ਅਜਿਹੇ ਆਦਮੀ ਵਰਗੀ ਸੀ ਜਿਹਦੀ ਤ੍ਰਹਿ ਨਾਲ ਜਾਨ ਨਿਕਲ ਰਹੀ ਹੋਵੇ ਤੇ ਉਸ ਦੇ ਸਾਹਮਣੇ ਪਾਣੀ ਦੀ ਨਿੱਕੀ ਜਿਹੀ ਕੌਲੀ ਪਈ ਹੋਵੇ, ਪਰ ਉਹ ਵੀ ਖਾਰੇ ਪਾਣੀ ਦੀ। ਉਸ ਦੀ ਜੇਬ ਵਿੱਚ ਇੱਕ ਖੋਟੀ ਚਵਾਨੀ ਸੀ। ਮੁਸਾਫਰ ਨੇ ਬੜੀ ਕੋਮਲ ਆਵਾਜ਼ ਵਿੱਚ ਡਰਦਿਆਂ ਉੱਤਰ ਦਿੱਤਾ, "ਬਾਬੂ ਜੀ, ਮੇਰੇ ਉੱਤੇ ਰਹਿਮ ਕਰੋ। ਮੈਂ ਬੜਾ ਗਰੀਬ ਹਾਂ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ। ਇਹੋ ਵਜ੍ਹਾ ਹੈ ਕਿ ਮੈਨੂੰ ਬਿਨਾਂ ਟਿਕਟੋਂ ਸਫ਼ਰ ਕਰਨਾ ਪਿਆ।" ਬਾਬੂ ਨੇ ਮਖੌਲ ਤੇ ਨਫ਼ਰਤ ਦੇ ਭਾਵ ਨਾਲ ਹੱਸ ਕੇ ਕਿਹਾ, "ਠੀਕ ਹੈ, ਕਿਰਾਏ ਜੋਗੇ ਪੈਸੇ ਨਹੀਂ ਸਨ ਤੇ ਗੱਡੀ ਤੇਰੇ ਪਿਓ ਦੀ ਜੋ ਹੋਈ। ਮੁਫ਼ਤ ਸਫ਼ਰ ਕਰਨ ਲੱਗਿਆਂ ਜੇਲ੍ਹ ਦੇ ਦਾਲ ਫੁਲਕੇ ਦਾ ਚੇਤਾ ਨਹੀਂ ਸੀ ਆਇਆ?" ਕੋਲੋਂ ਸਿਪਾਹੀ ਬੋਲਿਆ, "ਬਾਬੂ ਜੀ, ਤੁਸੀਂ ਕੀ ਖਿਆਲ ਕਰਦੇ ਹੋ? ਇਸ ਪਾਸ ਕਿਰਾਇਆ ਨਹੀਂ? ਮੇਰਾ ਖਿਆਲ ਹੈ ਇਸ ਦੀ ਤਲਾਸ਼ੀ ਲਈ ਜਾਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਇਹ ਗਰੀਬ ਹੈ ਕਿ ਨੌਸਰਬਾਜ਼।" ਸਿਪਾਹੀ ਦੀ ਪੁਸ਼ਟੀ ਕਰਦਿਆਂ ਬਾਬੂ ਨੇ ਕਿਹਾ, "ਤੇ ਇਹ ਗੱਲ ਮੈਥੋਂ ਭੁੱਲੀ ਹੋਈ ਏ।
ਇਹਨਾਂ ਲੋਕਾਂ ਤਾਂ ਬਸ ਪੇਸ਼ਾ ਹੀ ਬਣਾ ਲਿਆ ਏ। ਗੱਡੀਆਂ ਵਿੱਚ ਮੁਫਤ ਸਫ਼ਰ ਕਰਦੇ ਫਿਰੋ। ਜਿੱਥੇ ਕੋਈ ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਮਿਲਿਆ, ਬਸ ਮੁਨਮੁਨਾ ਕੇ ਰਾਹ ਪਏ। ਫਿਰ ਮੁਸਾਫਿਰ ਵੱਲ ਤੱਕ ਕੇ ਬੋਲਿਆ, ਦੇਣਾ ਹੀ ਕਿਰਾਇਆ ਕਿ ਮੀਮੋ ਕੱਟਾਂ। ਮੁਸਾਫਿਰ ਦੇ ਸਰੀਰ ਦੀ ਰੱਤ ਜੰਮ ਚੁੱਕੀ ਸੀ। ਚਿਹਰੇ ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਸੀ। 2-3 ਵਾਰੀ ਉਸਦੀ ਜ਼ੁਬਾਨ ਖੁੱਲਦੀ ਰੁਕ ਗਈ। ਅਖੀਰ ਉਸਨੇ ਹੌਸਲਾ ਕਰਕੇ ਕਿਹਾ, ਬਾਬੂ ਜੀ, ਮੈਂ ਚੋਰ ਉਚੱਕਾ ਨਹੀਂ, ਇੱਕ ਮੁਸੀਬਤ ਜ਼ਦਾ ਗਰੀਬ ਹਾਂ। ਮੈਂ ਮੁਫਤ ਸਫ਼ਰ ਕਰਨ ਦਾ ਮੁਜਰਮ ਬੇਸ਼ੱਕ ਹਾਂ। ਲੈ ਚੱਲੋ ਜਿੱਥੇ ਤੁਹਾਡਾ ਜੀ ਕਰੇ, ਮੈਨੂੰ ਲੈ ਚੱਲੋ। ਪਰ ਰੱਬ ਦੇ ਵਾਸਤੇ ਇਹੋ ਜਿਹੇ ਲਫ਼ਜ਼ ਕਹਿ ਕੇ ਮੇਰੇ ਕਲੇਜੇ ਵਿੱਚ ਛੁਰੀਆਂ ਨਾ ਮਾਰੋ। ਕਹਿੰਦਿਆਂ ਮੁਸਾਫਿਰ ਦੀਆਂ ਅੱਖਾਂ ਵਿੱਚ ਅੱਥਰੂ ਟਲਕ ਪਏ। ਬਿਨਾਂ ਕਿਰਾਏ ਮੁਸਾਫਰਾਂ ਦੀਆਂ ਇਹੋ ਜਿਹੀਆਂ ਤੇ ਇਸ ਨਾਲੋਂ ਕਿਤੇ ਵੱਧ ਗੱਲਾਂ ਸੁਣਨ ਲਈ ਬਾਬੂ ਤੇ ਸਿਪਾਹੀ ਦੇ ਕੰਨ ਆਦੀ ਹੋ ਚੁੱਕੇ ਸਨ। ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇਪਰਵਾਹੀ ਨਾਲ ਮੁਸਾਫਿਰ ਦੀਆਂ ਗੱਲਾਂ ਸੁਣੀਆਂ। ਪਰ ਬਾਬੂ ਦੀ ਨਿਗਾਹ ਜਿਉਂ ਹੀ ਉਸ ਦੀਆਂ ਅੱਖਾਂ ਤੇ ਪਈ, ਉਹ ਹੈਰਾਨ ਹੋ ਗਿਆ। ਮੁਸਾਫਿਰ ਦੀਆਂ ਮੋਟੀਆਂ ਅੱਖਾਂ ਵਿੱਚੋਂ ਰੱਤ ਚੋ ਰਹੀ ਸੀ। ਕ੍ਰੋਧ ਤੇ ਨਫ਼ਰਤ ਨਾਲ ਉਸਦੇ ਬੁੱਲ੍ਹ ਫਰਕ ਰਹੇ ਸਨ ਤੇ ਉਸਦੇ ਗੋਰੇ ਚਿਹਰੇ ਉੱਤੇ ਲਾਲੀ ਦੌੜ ਰਹੀ ਸੀ। ਸਿਪਾਹੀ ਸ਼ਾਇਦ ਦਿਲ ਦਾ ਵਧੇਰੇ ਕਰੜਾ ਸੀ, ਜਿਸ ਕਰਕੇ ਉਸਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਬਾਬੂ ਨੂੰ ਇਸ ਦੁਖੀ ਦੇ ਚੋਹ ਸ਼ਬਦਾਂ ਨੇ ਤੜਫਾ ਦਿੱਤਾ। ਉਹ ਪਛਤਾਉਣ ਲੱਗਾ ਕਿ ਉਸਨੇ ਕਿਉਂ ਇੱਕ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ। ਉਹ ਕਿੰਨਾ ਹੀ ਚਿਰ ਨੀਝ ਲਾਈ ਮੁਸਾਫਿਰ ਦੀਆਂ ਅੱਖਾਂ ਵੱਲ ਤੱਕਦਾ ਰਿਹਾ। ਇਹ ਅੱਖਾਂ ਉਸ ਦੇ ਮਨ ਉੱਤੇ ਅਣਸਮਝਿਆ ਜਿਹਾ ਅਸਰ ਕਰ ਰਹੀਆਂ ਸਨ। ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮੁਸਾਫਿਰ ਕਦੇ ਬਾਂਹ ਦੇ ਹੇਠ ਦਬਾ ਲੈਂਦਾ, ਕਦੇ ਕੋਟ ਦੀ ਜੇਬ ਵਿੱਚ ਪਾਉਂਦਾ, ਪਰ ਫਿਰ ਇਹ ਸੋਚ ਕੇ ਮਤਾ ਦੂਜੀ ਜੇਬ ਵਾਂਗ ਇਹ ਵੀ ਨਾ ਪਾਟ ਜਾਏ, ਕੱਢ ਕੇ ਬੜੀ ਚੌਕਸੀ ਨਾਲ ਦੋਹਾਂ ਹੱਥਾਂ ਵਿੱਚ ਫੜ ਲੈਂਦਾ ਸੀ। ਮੇਰੇ ਨਾਲ ਆ, ਇਹ ਕਹਿ ਕੇ ਤੇ ਆਪਣੇ ਕੰਮ ਦਾ ਚਾਰਜ ਇੱਕ ਹੋਰ ਬਾਬੂ ਨੂੰ ਦੇ ਕੇ ਉਹ ਸਟੇਸ਼ਨ ਤੋਂ ਬਾਹਰ ਵੱਲ ਤੁਰ ਪਿਆ। ਸ਼ਾਇਦ ਉਸ ਦੀ ਡਿਊਟੀ ਖਤਮ ਹੋ ਚੁੱਕੀ ਸੀ। ਉਸ ਦੇ ਪਿੱਛੇ ਮੁਸਾਫਿਰ ਵੀ ਤੁਰ ਗਿਆ।